जुगो जुगे अटल चवर छत्र तखत दे मालक। धन धन साहिब श्री गुरु ग्रंथ साहिब जी दी अपार कृपा दे सदका सानू गुरबाणी दा हर जस कीर्तन सरवण करा के गए सन गुरमुख प्यारे। और जिस बाणी का मनोरथ यह है कि गुरु तो बिना कदे भी मनुख का पार उतारा नहीं है। और उस तो बाद मनुख भावें जिन्ने मर्जी अपने अंदर दे ढोंग करी जावे, जिन्ना मर्जी अपने आप नूं आखी जावे कि मैं निमाणा हाँ, वो भी शब्द सानू अमृत वेले दे दीवाना दे विच सरवण करन नूं मिलिया कि अपराधी दूना निवे जो हंता मिरगाहे शीस निवाइए क्या थीए। कहंदे ने शीस नवाउण दा लाभ ना होया जे हृदय दे विच कुसुध होवे, शुद्ध ना होवे, भैड़ी मत होवे। सो सतगुरु जी ने सानू आसा दी वार दे विच कई गल्लां समझाइयां। साहिब श्री गुरु ग्रंथ साहिब जी की अपार कृपा रहमत दे सदका जो लड़ीवार शब्द विचार आपां रोजाना अमृत वेले दे दीवाना दे विच सरवण करदे हां। अज दा जो शब्द सतगुरु गुरु अर्जन साहिब जी ने सानू बख्शिश कीता है, चौथी अष्टपदी दा तीसरा पदा है और 267 अंग ते सुभाईमान है। अज सारे ही संसार दे जीव जिथों तक किसी दी पहुंच है, जिन्ने कोई जोगा है, वो सुखमनी साहिब जी दा पाठ एक दिन दे विच जरूर करन दी कोशिश करदा है कि मैनू पाठ सुखमनी साहिब जी का जरूर करना है और करते भी पे हाँ। और उहदे विच कुछ सूझवान भी ने, कुछ लोग अजिहे भी ने जिहड़े अकाल पुरख परमात्मा जी की बाणी का फल प्राप्त करन दे लाभ लैण दी बजाय हो सकता है किते अणजाण पुणे दे विच आण के किते भुल भी कर बैठते होण। उस तो बाद आपां विचार अगलियां आरंभ करांगे। आपां ये वेखना कि सुखमनी साहिब जी की बाणी नूं पढ़न वाले भुल की करते ने और क्यों करते ने, ते करनी चाहिदी जां नहीं चाहिदी। जदों भी असीं सुखमनी साहिब जी की बाणी नूं पढ़दे हां, उस बाणी नूं पढ़ लग्गिआं तकरीबन असीं बहुत सारियां गलतियां करदे हां, बहुत ज़्यादियां गलतियां करदे हां। पर महाराज एक गल सानू मनुखी बिरती दे नाल स्पष्ट जी गल दे विच समझाउंदे ने कि जदों भी अकाल पुरख परमात्मा नूं प्राप्त करना है ना, पहला उहदे नाल अकाल पुरख परमात्मा दे नाल मित्रता जिहड़ी है वो बनाउणी पवेगी। वो मित्रता किवें बनगी? एवड ऊंचा होवे कोई तिस ऊंचे को जाने सोए। जिन्ना वड्डा अकाल पुरख परमात्मा जी का गुणा करके दायरा, उन्हां दे परमात्मा दे नाल गुणा नूं मैच करना।
ਗੁਰੂ ਸਾਹਿਬ ਜੀ ਨੂੰ ਅਸੀਂ ਆਖ ਦਿੰਦੇ ਹਾਂ, ਮਹਾਰਾਜ ਅਕਾਲ ਪੁਰਖ ਪਰਮਾਤਮਾ ਨੂੰ ਆਪਾਂ ਕਹਿੰਦੇ ਹਾਂ, ਸਤਿਗੁਰੂ ਜੀ ਤੂੰ ਦੀਨਾਂ ਨੂੰ ਦਾਤਾਂ ਦੇਣ ਵਾਲਾ ਹੈ, ਦੀਨਾਂ ਦੀ ਰੱਖਿਆ ਕਰਨ ਵਾਲਾ ਹੈ, ਸਾਡੇ ਔਗਣਾਂ ਨੂੰ ਛਪਾਉਣ ਵਾਲਾ ਹੈ, ਔਰ ਸਾਡੇ ਅੰਦਰ ਦੇ ਜਿਹੜੇ ਵਹਿਮ ਭਰਮ ਉਹਨਾਂ ਨੂੰ ਕੱਟਣ ਵਾਲਾ ਹੈ, ਮਿੱਠ ਬੋਲੜਾ ਹੈ, ਬੜਾ ਪਿਆਰ ਨਾਲ ਬੋਲਦਾ ਹੈ, ਤੇਰੀ ਬੋਲੀ ਬਹੁਤ ਮਿੱਠੀ ਹੈ। ਔਰ ਦੂਸਰੀ ਗੱਲ ਸਭ ਤੋਂ ਵੱਡੀ ਇਹ ਕਿ ਤੂੰ क्षमा ਬਹੁਤ ਕਰਦਾ ਹੈ, ਤੇਰੇ ਕੋਲ ਮਾਫੀ ਦਾ ਜਿਹੜਾ ਹੈ ਉਹ ਹਰ ਵੇਲੇ ਇੱਕ ਸੁਭਾਅ ਬਣਿਆ ਕਿ ਜੋ ਆਉਂਦਾ ਉਹਨੂੰ ਤੂੰ ਮਾਫ ਕਰ ਦਿੰਦਾ ਹੈ, ਜੋ ਵੀ ਤੇਰੇ ਘਰ ਵਿੱਚ ਆਉਂਦਾ ਹੈ ਉਹਨੂੰ ਤੂੰ ਮਾਫ ਕਰਦਾ ਹੈ। ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਕੋਈ ਵੀ ਆਉਂਦਾ ਤੂੰ ਮਾਫ ਕਰ ਦਿੰਦਾ ਹੈ ਉਹਨੂੰ। ਪਰ ਜਦੋਂ ਗੁਰਬਾਣੀ ਦਾ ਕੋਈ ਇਨਸਾਨ ਪੜ੍ਹਦਾ ਹੈ ਤੇ ਉਸ ਅਵੇਸਲੇਪਨ ਦੇ ਵਿੱਚ ਪੜੇ ਘਾਲੋਂ ਕਰ ਲੈ ਕਿ ਨਹੀਂ, ਮੇਰੇ ਅੰਦਰ ਦੀ ਸ਼ਰਧਾ ਹੈ, ਮੇਰੇ ਅੰਦਰ ਦੀ ਭਾਵਨਾ ਹੈ, ਇਹ ਮੈਨੂੰ ਪਤਾ ਹੈ ਕਿ ਮੇਰਾ ਗੁਰਬਾਣੀ ਨਾਲ ਕਿੰਨਾ ਪਿਆਰ ਹੈ। ਜੇ ਕੋਈ ਸੂਝਵਾਨ ਸੋਝੀ ਦੇਣ ਵਾਲਾ ਸਾਨੂੰ ਆਖੇ ਠੀਕ ਹੈ ਤੇਰਾ ਬਾਣੀ ਨਾਲ ਪਿਆਰ ਹੈ, ਤੇਰੀ ਬਾਣੀ ਨਾਲ ਪ੍ਰੀਤ ਹੈ, ਪਰ ਭਲਿਆ ਪ੍ਰੀਤ ਵੀ ਠੀਕ ਹੈ, ਬਾਣੀ ਨਾਲ ਪਿਆਰ ਵੀ ਠੀਕ ਹੈ, ਪਰ ਜਿਹੜੇ ਸ਼ਬਦਾਂ ਦਾ ਤੂੰ ਉਚਾਰਨ ਕਰਦਾ ਉਹ ਸ਼ਬਦ ਤੇਰੇ ਮੁੱਖ ਮੰਡਲ ਦੇ ਵਿੱਚੋਂ ਅਣਜਾਣ ਪੁਣੇ ਦੇ ਵਿੱਚ ਗਲਤ ਨਿਕਲ ਰਹੇ ਨੇ, ਭਾਵ ਕਿ ਉਸ ਬਾਣੀ ਨੂੰ ਤੂੰ ਗਲਤ ਪੜ੍ਹਦਾ ਪਿਆ ਹੈ। ਸੋ ਜਿਨ੍ਹਾਂ ਨੇ ਬਾਣੀ ਦਾ ਨਿਰਾਦਰ ਕੀਤਾ, ਬਾਣੀ ਨੂੰ ਨਾ ਚੰਗੀ ਤਰ੍ਹਾਂ ਪੜ੍ਹ ਸਕੇ, ਗੁਰਬਾਣੀ ਦਾ ਅਰਥ ਗਲਤ ਕਰ ਦਿੱਤਾ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਘਰ 'ਚ ਜਗ੍ਹਾ ਨਹੀਂ ਦਿੱਤੀ। ਇਹ ਸੋਚ ਲੈਣਾ ਵੀ ਜਿਹੜੀ ਸੁਖਮਨੀ ਸਾਹਿਬ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੇ ਅਸੀਂ ਸਿੱਖ ਕੇ ਨਹੀਂ ਪੜ੍ਹ ਰਹੇ ਆ ਵੀ ਚੱਲ ਕੋਈ ਨਹੀਂ, ਬਾਬਾ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ, ਕੀ ਹੋਇਆ ਜੇ ਸਾਡੇ ਤੋਂ ਬਾਣੀ ਨਹੀਂ ਪੜ੍ਹੀ ਜਾ ਰਹੀ ਜਾਂ ਅਸੀਂ ਬਾਣੀ ਗਲਤ ਪੜ੍ਹਦੇ ਹਾਂ, ਬਾਣੀ ਤਾਂ ਭਾਵਨਾ ਤਾਂ ਹੈ ਨਾ ਸਾਡੇ ਅੰਦਰ। ਜਦੋਂ ਰਾਮ ਰਾਏ ਔਰੰਗਜ਼ੇਬ ਦੇ ਕੋਲ ਆਉਂਦਾ ਹੈ ਤੇ ਆਣ ਕੇ ਇਹ ਕਹਿ ਦਿੰਦਾ ਹੈ ਕਿ ਮਿੱਟੀ ਮੁਸਲਮਾਨ ਕੀ ਨਹੀਂ ਹੈ। ਔਰੰਗਜ਼ੇਬ ਪੁੱਛਦਾ ਹੈ ਤੁਹਾਡੇ ਧਾਰਮਿਕ ਗ੍ਰੰਥ ਦੇ ਵਿੱਚ ਗੁਰੂ ਸਾਹਿਬਾਨਾਂ ਵੱਲੋਂ ਕੁਝ ਸ਼ਬਦ ਲਿਖੇ ਨੇ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਸੋਝੀ ਦੇਣ ਵਾਸਤੇ। ਉਹਨਾਂ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਘੜ ਭਾਂਡੇ, ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇਹਦਾ ਅਰਥ ਕੀ ਹੈ? ਤੇ ਰਾਮ ਰਾਏ ਕਹਿੰਦਾ ਜੀ ਨਹੀਂ, ਮਿੱਟੀ ਮੁਸਲਮਾਨ ਕੀ ਨਹੀਂ ਹੈ, ਕਿਉਂਕਿ ਔਰੰਗਜ਼ੇਬ ਮੁਸਲਮਾਨ ਹੈ ਔਰ ਉਹਦੇ ਆਲੇ ਦੁਆਲੇ ਜਿਹੜੇ ਦੀਵਾਨ ਬੈਠੇ ਨੇ ਉਹਨਾਂ ਵਿੱਚ ਕੁਝ ਹਿੰਦੂ ਵੀ ਨੇ ਪਰ ਬਹੁਤੇ ਮੁਸਲਮਾਨ ਨੇ। ਸੋ ਔਰੰਗਜ਼ੇਬ ਉਹਦੇ ਤੋਂ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਾਂ ਕੀਤੀਆਂ, ਪਰ ਇੱਥੇ ਆਣ ਕੇ ਉਹ ਡੋਲ ਗਿਆ। ਕਹਿੰਦਾ ਮਿੱਟੀ ਮੁਸਲਮਾਨ ਕੀ ਨਹੀਂ ਹੈ, ਮਿੱਟੀ ਬੇਈਮਾਨ ਕੀ ਹੈ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਰਾਮ ਰਾਏ ਨੂੰ ਸੁਨੇਹਾ ਭੇਜਿਆ, ਮੱਥੇ ਨਹੀਂ ਲੱਗੇ, ਸੁਨੇਹਾ ਭੇਜਿਆ ਕਿ ਰਾਮ ਰਾਏ ਨੂੰ ਕਹਿ ਦੇਣਾ ਜਿੱਧਰ ਤੇਰਾ ਮੂੰਹ ਕਰਦਾ ਤੂੰ ਚਲਾ ਜਾ, ਅੱਜ ਤੋਂ ਤੇਰਾ ਇਸ ਘਰ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਕੋਈ ਸਨੇਹ ਨਹੀਂ ਹੈ ਤੇਰਾ, ਜਿੱਧਰ ਚਲਾ ਜਾ। ਤੂੰ ਗੁਰਬਾਣੀ ਦਾ ਅਰਥ ਜਿਹੜਾ ਉਹ ਗਲਤ ਕੀਤਾ ਹੈ, ਗੁਰਬਾਣੀ ਨੂੰ ਜਾਣ-ਬੁੱਝ ਕੇ ਗਲਤ ਪੜਿਆ ਹੈ, ਗੁਰਬਾਣੀ ਨੂੰ ਸ਼ੁੱਧ ਉਚਾਰਨ ਵਿਗਾੜ ਦਿੱਤਾ ਹੈ, ਤੂੰ ਸਹੀ ਨਹੀਂ ਪੜਿਆ, ਤੂੰ ਗਲਤ ਕਰ ਦਿੱਤਾ। ਇਸ ਕਰਕੇ ਜਿੱਧਰ ਤੇਰਾ ਮੂੰਹ ਕਰਦਾ ਤੂੰ ਚਲਾ ਜਾ, ਤੇਰੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ, ਸਾਡੇ ਨਾਲ ਕੋਈ ਸੰਬੰਧ ਰਹਿ ਨਹੀਂ ਜਾਂਦਾ। ਸੋ ਇਸ ਕਰਕੇ ਮੁੱਢਲੀ ਜਿਹੜੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਸਾਰਾ ਸੰਸਾਰ ਪੜ੍ਹਦਾ ਹੈ, ਕੋਸ਼ਿਸ਼ ਕਰੀਏ ਕਿ ਅਸੀਂ ਉਸ ਗੁਰਬਾਣੀ ਨੂੰ ਸਿੱਖ ਲਈਏ, ਅਸੀਂ ਸੰਥਿਆ ਲਈਏ। ਗੁਰਬਾਣੀ ਦਾ ਪਾਠ ਕਰਾਂਗੇ ਤਾਂ ਜੇ ਅਸੀਂ ਪਹਿਲਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਲਈਏ, ਗੁਰਬਾਣੀ ਨੂੰ ਪੜ੍ਹਨਾ ਸਿੱਖ ਲਵਾਂਗੇ ਤੇ
ਇਸ ਤੋਂ ਅਗਲੀ ਗੱਲ, ਜੋ ਗੁਰਬਾਣੀ ਨੂੰ ਸਿੱਖ ਕੇ ਪੜ੍ਹ ਰਹੇ ਨੇ, ਜਿਨ੍ਹਾਂ ਨੇ ਸਿੱਖਿਆ ਔਰ ਬਾਣੀ ਨੂੰ ਸਿੱਖ ਕੇ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ, ਪਾਠ ਕਰਨ ਦੇ ਵਿੱਚ ਜੇ ਉਹ ਸਿੱਖ ਹੈ ਤੇ ਸਿੱਖ ਦੇ ਵਾਸਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਹਿਲਾਂ ਨਿਤਨੇਮ ਜ਼ਰੂਰੀ ਹੈ। ਅੰਮ੍ਰਿਤ ਵੇਲੇ ਦਾ ਨਿਤਨੇਮ ਜਿਹੜਾ ਉਹ ਜ਼ਰੂਰੀ ਹੈ। ਪਰ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ, ਉਹਦਾ ਮੇਨ ਜਿਹੜਾ ਧੁਰਾ ਹੈ ਉਹੀ ਸਾਰਿਆਂ ਨੇ ਵੇਖਿਆ। ਉਹਦਾ ਉੱਪਰਲਾ ਜਿਹੜਾ ਸਿਰਲੇਖ ਹੈ ਉਹ ਹੈ ਸੁਖਮਨੀ, ਜਿਹਦੇ ਤੋਂ ਸਾਨੂੰ ਸੁੱਖ ਚਾਹੀਦੇ ਨੇ, ਸੁੱਖ ਬਹੁਤੇ ਮਿਲਣ। ਅੱਜ ਆਪਾਂ ਇਸ ਪਾਵਨ ਸ਼ਬਦ ਦੇ ਵਿੱਚ ਵਿਚਾਰਾਂਗੇ ਕਿ ਮਹਾਰਾਜ ਕਹਿੰਦੇ ਨੇ, ਭਲਿਆ ਜਿਸ ਬਾਣੀ ਨੂੰ ਤੂੰ ਪੜ੍ਹਦਾ ਹੈ ਉਹਦੇ ਵਿਚਲੇ ਗੁਣਾਂ ਨੂੰ ਵੇਖ, ਉਹਦੀਆਂ ਵਿਚਲੀਆਂ ਗੱਲਾਂ ਨੂੰ ਜਾਣ, ਫਿਰ ਤੈਨੂੰ ਪਤਾ ਲੱਗੇਗਾ ਵੀ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਸੁੱਖ ਹੈ। ਫਿਰ ਵੇਖੀ ਸੁਖਮਨੀ ਸਾਹਿਬ ਜੀ ਦੇ ਵਿੱਚ ਤੈਨੂੰ ਕੀ ਕੀ ਪ੍ਰਾਪਤ ਹੋਏਗਾ, ਇਹ ਵਿਚਾਰਨਾ ਹੈ। ਭਗਤ ਜਨਾਂ ਕੈ ਮਨ ਵਿਸ਼ਰਾਮ, ਪੜਨ ਨੂੰ ਸਾਰਾ ਸੰਸਾਰ ਪੜ੍ਹੀ ਜਾਂਦਾ, ਪਰ ਸੁਖਮਨੀ ਦਾ ਵਿਸ਼ਰਾਮ ਉੱਥੇ ਹੈ ਜਿੱਥੇ ਭਗਤਾਂ ਨੇ ਆਪਣੇ ਅੰਦਰ ਇਸ ਬਾਣੀ ਨੂੰ ਟਿਕਾ ਲਿਆ, ਇਸ ਬਾਣੀ ਦੀਆਂ ਗੱਲਾਂ ਨੂੰ ਮੰਨਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸ਼ਰਾਮ, ਮਨ ਦੇ ਵਿੱਚ ਇਸ ਦਾ ਟਿਕਾਣਾ ਹੈ, ਭਗਤਾਂ ਦੇ ਮਨ ਦੇ ਵਿੱਚ। ਸਤਿਗੁਰੂ ਜੀ ਅੱਜ ਦੇ ਇਸ ਪਦੇ ਦੇ ਵਿੱਚ ਕੀ ਸਾਨੂੰ ਸਮਝਾਉਂਦੇ ਨੇ? ਕਹਿੰਦੇ ਨੇ, ਆਦ ਅੰਤ ਜੋ ਰਾਖਣਹਾਰ, ਤਿਸ ਸਿਉ ਪ੍ਰੀਤ ਨਾ ਕਰੇ ਗਵਾਰ। ਪਰਮਾਤਮਾ ਜੀ ਦੀ ਗੱਲ ਆ ਗਈ ਕਿ ਜਿਸ ਅਕਾਲ ਪੁਰਖ ਪਰਮਾਤਮਾ ਨੇ ਆਦ ਤੋਂ ਲੈ ਕੇ ਅੰਤ ਤੱਕ ਤੇਰੀ ਰੱਖਿਆ ਕਰਨੀ ਹੈ, ਸਹਾਇਤਾ ਕਰਨੀ ਹੈ, ਉਸ ਵਾਹਿਗੁਰੂ ਦੇ ਨਾਲ ਤੂੰ ਪ੍ਰੀਤ ਕਿਉਂ ਨਹੀਂ ਕਰਦਾ? ਉਸ ਵਾਹਿਗੁਰੂ ਨਾਲ ਤੂੰ ਨੇਕ ਕਿਉਂ ਨਹੀਂ ਜੁੜਦਾ, ਜਿਹੜਾ ਆਦ ਤੋਂ ਲੈ ਕੇ ਹਰ ਵੇਲੇ ਤੇਰੀ ਰੱਖਿਆ ਕਰਦਾ ਹੈ, ਹਰ ਵਕਤ ਤੇਰੀ ਸਹਾਇਤਾ ਕਰਦਾ ਹੈ। ਕਿੰਨਾ ਕੁਛ ਉਹ ਅਕਾਲ ਪੁਰਖ ਪਰਮਾਤਮਾ ਦਿੰਦਾ ਹੈ, ਕਿੰਨੀਆਂ ਵਸਤੂਆਂ ਤੈਨੂੰ ਸੰਸਾਰ ਦੇ ਵਿੱਚ ਮਿਲੀਆਂ, ਕਿੰਨਾ ਸੋਹਣਾ ਸਰੀਰ ਤੈਨੂੰ ਅਕਾਲ ਪੁਰਖ ਪਰਮਾਤਮਾ ਜੀ ਨੇ ਦਿੱਤਾ, ਔਰ ਤੇਰੇ ਜਿਉਣ ਵਾਸਤੇ, ਤੇਰੇ ਸਵਾਸਾਂ ਦੀ ਲੜੀ ਨੂੰ ਚਲਦੀ ਰੱਖਣ ਵਾਸਤੇ ਤੈਨੂੰ ਕੁਦਰਤ ਦੇ ਕੁਝ ਅਜਿਹੀਆਂ ਵਸਤੂਆਂ ਦੇ ਦਿੱਤੀਆਂ, ਕਿੰਨਾ ਕੁਛ ਤੈਨੂੰ ਦੇ ਦਿੱਤਾ ਗਿਆ। ਪਰ ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦਾ ਤੂੰ ਫਿਰ ਵੀ ਸ਼ੁਕਰਾਨਾ ਨਾ ਕਰ ਸਕਿਆ, ਤੂੰ ਨਾ ਸ਼ੁਕਰਾ ਹੋਇਆ ਰਿਹਾ, ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਕਰ ਸਕਿਆ, ਤੂੰ ਪਰਮਾਤਮਾ ਦੇ ਨਾਲ ਤੂੰ ਪ੍ਰੀਤ ਨਹੀਂ ਕਰ ਸਕਿਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਪ੍ਰੀਤ ਅਕਾਲ ਪੁਰਖ ਪਰਮਾਤਮਾ ਦੇ ਨਾਲ ਕਿਵੇਂ ਦੀ ਹੋਵੇ? ਕਿਵੇਂ ਦੀ ਪ੍ਰੀਤ ਹੋਵੇ? ਕਹਿੰਦੇ ਨੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਬੇਸ਼ੱਕ ਮੇਰਾ ਤਨ ਮਨ ਕਟਿਆ ਜਾਵੇ, ਆਪਣੇ ਆਪ ਨੂੰ ਮੈਂ ਅਗਨੀ ਦੇ ਵਿੱਚ ਸਾੜ ਲਵਾਂ, ਸੜ ਜਾਵੇ, ਪਰ ਕਹਿੰਦੇ ਮੇਰੀ ਪ੍ਰੀਤ ਦੇ ਵਿੱਚ, ਮੇਰੀ ਤੇਰੇ ਨਾਲ ਜਿਹੜੀ ਪ੍ਰੀਤ ਲੱਗੀ, ਲਿਵ ਲੱਗੀ ਹੈ ਨਾ, ਉਹਦੇ ਵਿੱਚ ਕੋਈ ਵਿਘਨ ਨਾ ਪਵੇ। ਪਰ ਇੱਥੇ ਮਹਾਰਾਜ ਤਿਸ ਸਿਉ ਪ੍ਰੀਤ ਨਾ ਕਰੇ ਗਵਾਰ, ਉਹਦੇ ਨਾਲ ਤੂੰ ਪ੍ਰੀਤ ਕਿਉਂ ਨਹੀਂ ਕਰਦਾ? ਜਿਸ ਅਕਾਲ ਪੁਰਖ ਪਰਮਾਤਮਾ ਨੇ ਤੇਰੀ ਰੱਖਿਆ ਕਰਨੀ ਹੈ, ਤੇਰੀ ਸਹਾਇਤਾ ਕਰਨੀ ਹੈ, ਉਸ ਵਾਹਿਗੁਰੂ ਨਾਲ ਪ੍ਰੀਤ ਕਿਉਂ ਨਹੀਂ ਕਰਦਾ? ਮਹਾਰਾਜ ਸਮਝਾਉਂਦੇ ਨੇ ਵੀ ਪ੍ਰੀਤ ਇਹ ਕਿਉਂ ਨਹੀਂ ਕਰਦਾ ਅਕਾਲ ਪੁਰਖ ਪਰਮਾਤਮਾ ਦੇ ਨਾਲ? ਕਿਉਂ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਇਹ ਪ੍ਰੀਤ ਨਹੀਂ ਕਰਦਾ? ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਇੱਕੋ ਇੱਕ ਕਾਰਨ ਹੈ, ਜਿਉ ਕੂਕਰ ਹਰਕਾਇਆ ਧਾਵੇ ਦਾ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ। ਕਹਿੰਦੇ ਜਿਵੇਂ ਇੱਕ ਕੂਕਰ ਹਲਕਾ ਜਿਹਨੂੰ ਹੋ ਜਾਵੇ, ਧਾਵੇ ਦਾ ਭੱਜਦਾ ਫਿਰਦਾ ਇੱਧਰ ਉੱਧਰ, ਉਹਨੂੰ ਟਿਕਾਣਾ ਇੱਕ ਥਾਂ ਤੇ ਉਹ ਬੈਠ ਨਹੀਂ ਸਕਦਾ। ਜਿਹਨੂੰ ਹਲਕਾ ਹੋ ਜਾਵੇ ਉਹ ਟਿਕ ਕੇ ਨਹੀਂ ਬੈਠਦਾ, ਉਹ ਕੂਕਰ, ਉਹ ਦੌੜਦਾ ਹੀ ਰਹਿੰਦਾ, ਭੱਜਾ ਹੀ ਫਿਰਦਾ ਰਹਿੰਦਾ ਹੈ। ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ। ਭਖ ਦਾ ਅਰਥ ਹੁੰਦਾ ਖਾਣ ਵਾਲੀ ਚੀਜ਼, ਅਪਖ ਦਾ ਅਰਥ ਹੁੰਦਾ ਜਿਹੜੀ ਨਾ ਵੀ ਖਾਣ ਵਾਲੀ ਚੀਜ਼ ਉਹ ਵੀ ਖਾ ਜਾਂਦਾ ਹੈ।
ਪਰ ਮਹਾਰਾਜ ਨੇ ਕਿਹਾ ਸੀ ਕਿ ਅਕਾਲ ਪੁਰਖ ਪਰਮਾਤਮਾ ਜੀ ਨੇ ਇਹ ਕਹਿ ਦਿੱਤਾ, ਲੋਭੀ ਕਾ ਵਿਸਾ ਨਾ ਕੀਜੇ। ਲਾਲਚੀ ਬੰਦੇ ਦਾ, ਲੋਭ ਕਰਨ ਵਾਲੇ ਦਾ ਵਿਸ਼ਵਾਸ ਨਹੀਂ ਕਰਨਾ। ਫਿਰ ਨਾਲ ਹੀ ਮਹਾਰਾਜ ਨੇ ਕਹਿ ਦਿੱਤਾ ਵੀ ਜਿਹੜਾ ਲੋਭੀ ਹੋਏਗਾ ਉਹ ਕਿਤੇ ਨਾ ਕਿਤੇ ਕੋਈ ਚੋਰੀ ਵੀ ਕਰਦਾ ਹੋਵੇਗਾ, ਕਿਤੇ ਨਾ ਕਿਤੇ ਚੋਰੀ ਕਰਨ ਦੀ ਵੀ ਇਹਨੂੰ ਆਦਤ ਪਈ, ਕਿਉਂਕਿ ਲਾਲਚ ਇਹੋ ਜਿਹੀ ਹੈ, ਹੀ ਚੀਜ਼ ਇਹੋ ਜਿਹੀ ਹੈ। ਫਿਰ ਮਹਾਰਾਜ ਨੇ ਕਹਿ ਦਿੱਤਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕੋਏ। ਕਹਿੰਦੇ ਨੇ ਚੋਰ ਦੀ ਕੋਈ ਹਾਮੀ ਨਹੀਂ ਭਰਦਾ। ਫਿਰ ਮਹਾਰਾਜ ਨੇ ਕਹਿ ਦਿੱਤਾ, ਜਿਹੜੇ ਬੰਦੇ ਲਾਲਚ ਕਰਨ ਵਾਲੇ ਨੇ ਉਹ ਫਿਰ ਜਦੋਂ ਚੋਰੀਆਂ ਕਰਦੇ ਨੇ, ਬੁਰੇ ਕਰਮ ਕਰਦੇ ਨੇ, ਤੇ ਫਿਰ ਉਹ ਆਪਣੇ ਪਾਪ ਉਤਾਰਨ ਵਾਸਤੇ ਵੀ ਕਈ ਕਰਮ ਕਰਦੇ ਹੋਣਗੇ, ਕਈ ਯਤਨ ਕਰਦੇ ਹੋਣਗੇ, ਕਈ ਕੋਸ਼ਿਸ਼ਾਂ ਕਰਦੇ ਹੋਣਗੇ ਵੀ ਮੇਰੀ ਚੋਰੀ ਵਾਲਾ ਜਿਹੜਾ ਇਲਜ਼ਾਮ ਹੈ ਉਹ ਉਤਰ ਜਾਵੇ, ਉਹ ਮੇਰੇ ਸਿਰ ਦੇ ਉੱਪਰ ਉਤਰ ਜਾਵੇ। ਫਿਰ ਕਹਿੰਦੇ ਨੇ ਚੋਰੀ ਕੀਤੀ ਬੰਦੇ ਨੇ, ਚੋਰੀ ਕਰਨ ਤੋਂ ਬਾਅਦ ਫਿਰ ਇਹਨੇ ਨੇ ਇਸ਼ਨਾਨ ਵਗੈਰਾ ਵੀ ਕੀਤੇ ਵੀ ਚੱਲ ਫਲਾਣੀ ਜਗ੍ਹਾ ਤੇ ਜਾਵਾਂਗਾ, ਮੇਰੇ ਪਾਪ ਉਤਰ ਜਾਣਗੇ, ਮੈਂ ਚੋਰੀ ਕੀਤੀ ਹੈ। ਪਰ ਇਹਨੇ ਕੀ ਕੀਤਾ, ਇਹਦੀ ਬਿਰਤੀ ਉਹੀ ਰਹੀ, ਧਾਰਮਿਕ ਥਾਂ ਤੇ ਵੀ ਗਿਆ ਤੇ ਬਿਰਤੀ ਉਹਦੀ ਉਹੀ ਰਹੀ। ਫਿਰ ਗੁਰਬਾਣੀ ਨੇ ਕਹਿ ਦਿੱਤਾ, ਕਹਿੰਦੇ ਨੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਜਿਹੜੇ ਸਾਧੂ ਜਨ ਹੁੰਦੇ ਨੇ, ਜਿਨ੍ਹਾਂ ਨੇ 9 ਦਰਵਾਜ਼ੇ ਸਾਧ ਸਦਾਏ, ਆਪਣੇ ਸਰੀਰ ਦੇ ਇਹਨਾਂ ਇੰਦਰੀਆਂ ਨੂੰ ਸਾਧ ਕੇ ਰੱਖਿਆ ਹੋਇਆ, ਇਹਨਾਂ ਨੇ ਆਪਣੇ ਮਨ ਨੂੰ, ਆਪਣੇ ਸਰੀਰ ਦੇ ਇਹਨਾਂ ਨੇ ਇੰਦਰੀਆਂ ਨੂੰ ਸਾਂਭ ਕੇ ਰੱਖਿਆ, ਸੰਭਾਲਿਆ ਹੋਇਆ, ਭਾਵ ਕਿ ਬਹੁਤ ਧਿਆਨ ਦੇ ਨਾਲ ਇਹਨਾਂ ਇੰਦਰੀਆਂ ਨੂੰ ਇਸਤੇਮਾਲ ਕੀਤਾ, ਬੁਰੇ ਕਰਮ ਨਾ ਕੀਤੇ, ਇਹਨਾਂ ਤੋਂ ਸੇਵਾ ਲਈ, ਇਹਨਾਂ ਤੋਂ ਜਿਹੜਾ ਕਰਮ ਲਿਆ, ਪਰ ਇਹਨਾਂ ਦਾ ਗਲਤ ਫਾਇਦਾ ਨਾ ਯੂਜ਼ ਨਾ ਕੀਤਾ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਧ ਭਲੇ ਅਣਨਾਤਿਆਂ, ਉਹ ਭਾਵੇਂ ਤੀਰਥਾਂ ਤੇ ਇਸ਼ਨਾਨ ਨਾ ਵੀ ਕਰਨ ਉਹ ਤਾਂ ਵੀ ਪਵਿੱਤਰ। ਚੋਰ ਸੇ ਚੋਰਾ ਚੋਰ, ਪੈਂਦੇ ਨੇ ਚੋਰ ਭਾਵੇਂ ਕਿੰਨੀ ਵਾਰੀ ਵੀ ਇਸ਼ਨਾਨ ਕਰਵਾ ਲਿਆ ਜਾਵੇ। ਕਬੀਰ ਸਾਹਿਬ ਜੀ ਕਹਿੰਦੇ ਨੇ ਹੁਣ ਜਿਹੜੀ ਲੌਕੀ ਦਾ ਸੁਭਾਅ ਹੈ ਉਹ ਐਵੇਂ ਦਾ ਹੈ ਵੀ ਕਹਿੰਦੇ ਲੌਕੀ 68 ਤੀਰਥ ਨਾਈ ਕੌਰਾ ਪਨਤਉ ਨਾ ਜਾਈ। ਲੌਕੀ ਜਿਹਦੀ ਆਪਾਂ ਸਬਜ਼ੀ ਬਣਾਉਂਦੇ ਆ, ਉਹਨੂੰ ਕਹਿੰਦੇ ਨੇ ਇਸ਼ਨਾਨ ਕਰਵਾਇਆ 68 ਤੀਰਥਾਂ ਦੇ ਉੱਪਰ। ਇਸ਼ਨਾਨ ਕਰਵਾਉਣ ਤੋਂ ਬਾਅਦ ਕਹਿੰਦੇ ਫਿਰ ਤੋੜ ਕੇ ਖਾਧਾ ਗਿਆ। ਜਦੋਂ ਖਾਧਾ ਗਿਆ ਤੇ ਉਹਦੇ ਉੱਧਰ ਕੜੱਤਣ ਨਿਕਲੀ, ਕੌੜਾਪਨ, ਕਿਉਂਕਿ ਜਿੰਨਾ ਕੱਚੀ ਖਾਓਗੇ ਤੇ ਕੌੜੀ ਲੱਗੇਗੀ, ਸਬਜ਼ੀ ਬਣਾਉਣ ਤੋਂ ਬਾਅਦ ਜਦੋਂ ਪੱਕ ਜਾਂਦੀ ਹੈ ਫਿਰ ਉਹ ਸਵਾਦ ਲੱਗਦੀ ਹੈ। ਫਿਰ ਕਹਿੰਦੇ ਨੇ ਕੌੜਾਪਨ ਉਸ ਲੌਕੀ ਦਾ ਤਾਂ ਗਿਆ ਨਹੀਂ, ਤਉ ਨਾ ਜਾਈ। ਇਸ ਬੰਦੇ ਨੇ ਫਿਰ ਕੀ ਕੀਤਾ, ਅਕਾਲ ਪੁਰਖ ਪਰਮਾਤਮਾ ਨੇ ਜਦੋਂ ਇਸ ਨੂੰ ਬਾਰ-ਬਾਰ ਸਮਝਾਇਆ ਵੀ ਤੇਰੀ ਹਾਮੀ ਕਿਸੇ ਨੇ ਨਹੀਂ ਭਰਨੀ, ਤੇਰੇ ਅੰਦਰ ਦੀ ਚੋਰੀ ਪਨ ਵਾਲਾ ਜਿਹੜਾ ਸਿਲਸਿਲਾ ਚੱਲ ਪਿਆ ਨਾ, ਭਾਵੇਂ ਜਿੱਥੇ ਮਰਜ਼ੀ ਇਸ਼ਨਾਨ ਕਰ ਲੈ, ਇਹ ਤੂੰ ਕਦੀ ਸਾਧ ਨਹੀਂ ਹੋ ਸਕਦਾ ਕੱਲੇ ਨਹਾਉਣ ਦੇ ਨਾਲ, ਜੇ ਵਾਹਿਗੁਰੂ ਨਾਲ ਪ੍ਰੀਤ ਨਹੀਂ। ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਪਰਮਾਤਮਾ ਦੇ ਨਾਲ ਗੁਣਾਂ ਨੂੰ ਗੁਣ ਮੈਚ ਕਰਕੇ ਵੇਖ, ਤਾਂ ਬਣ ਗਈ ਪਰਮਾਤਮਾ ਦੇ ਨਾਲ ਤੇਰੀ, ਤਾਂ ਤੇਰੀ ਵਾਹਿਗੁਰੂ ਦੇ ਨਾਲ ਬਣੇਗੀ। ਸੋ ਇਸ ਨੇ ਕੀ ਕੀਤਾ, ਹੌਲੀ ਹੌਲੀ ਕਰਦਿਆਂ ਵਾਹਿਗੁਰੂ ਤੋਂ ਇਹਨੇ ਦੂਰੀ ਬਣਾ ਲਈ, ਪਰਮਾਤਮਾ ਦੇ ਕੋਲੋਂ ਦੂਰੀ ਬਣਾ ਲਈ, ਜਿਸ ਨੂੰ ਮਹਾਰਾਜ ਕਹਿੰਦੇ ਨਾਮ ਸੁਣਤ ਜਨ ਬਿਛੂ ਡਸਾਨਾ। ਕਹਿੰਦੇ ਇਹਨੂੰ ਇਉਂ ਲੱਗਦਾ ਹੈ ਵੀ ਜਦੋਂ ਮੈਂ ਗੁਰਬਾਣੀ ਸੁਣਦਾ, ਜਦੋਂ ਮੈਂ ਗੁਰੂ ਦੀ ਗੱਲ ਸੁਣਦਾ, ਐਂ ਲੱਗਦਾ ਕਿ ਜਿਵੇਂ ਬਿੱਛੂ ਡਸ ਮਾਰ ਦਿੰਦਾ ਹੋਵੇ। ਜਿਨ੍ਹਾਂ ਦੇ ਸਾਹਮਣੇ ਕਿਸੇ ਨੂੰ ਕਿਤੇ ਬਿੱਛੂ ਦਾ ਦੱਸਿਆ ਹੋਵੇ, ਜੇ ਨਹੀਂ ਦੱਸਿਆ ਤੇ ਕਿਤੇ ਅੱਜ ਦਾ ਸਮਾਂ ਇਹੋ ਜਿਹਾ, ਤੁਸੀਂ ਕੁਝ ਵੀ ਸਰਚ ਕਰ ਸਕਦੇ ਹੋ, ਸਰਚ ਕਰਕੇ ਦੇਖਿਓ ਬੰਦਾ ਕਿੰਨਾ ਤੜਫਦਾ ਹੈ ਜਦੋਂ ਬਿੱਛੂ ਡਸ ਦਿੰਦਾ ਹੈ, ਕਿੰਨਾ ਤੜਫਦਾ ਹੈ। ਸੋ ਇਸ ਕਰਕੇ ਇਸ ਬੰਦੇ ਨੂੰ ਜਦੋਂ ਬਾਣੀ ਦਾ ਸ਼ਬਦ ਸੁਣਿਆ ਗਿਆ, ਸੁਣਾਇਆ ਗਿਆ, ਇਸ ਬੰਦੇ ਨੇ ਉਹ ਤੜਫ ਇਹਦੇ ਅੰਦਰ ਲੱਗੀ ਕਿ ਹਾਏ ਮੈਂ ਬਾਣੀ ਨੂੰ ਪੜ੍ਹ ਕੇ ਜੇ ਮੇਰੀ ਬਾਣੀ ਕੰਨਾਂ ਦੇ ਵਿੱਚ ਪੈ ਗਈ ਤੇ ਮੈਂ ਤਾਂ ਝੂਠਾ ਪੈ ਜਾਵਾਂਗਾ। ਉਤਰਾ ਮੈਂ ਕਹਿ ਦਾਂਗਾ ਨਹੀਂ ਜੀ, ਮੈਂ ਤਾਂ ਗੁਰੂ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਹੈ, ਮੇਰਾ ਕੋਈ ਪ੍ਰੇਮ ਨਹੀਂ ਹੈ, ਮੈਂ ਤਾਂ ਨਾਸਤਿਕ ਹਾਂ ਜੀ। ਪਰ ਜੇ ਮੇਰੇ ਕੰਨ ਦੇ ਵਿੱਚ ਸ਼ਬਦ ਪੈ ਗਿਆ ਕਿ ਅਕਾਲ ਪੁਰਖ ਪਰਮਾਤਮਾ ਜੀ ਨੇ ਤੈਨੂੰ ਦੇਹੀ ਪਰਮਾਤਮਾ ਨੂੰ ਮਿਲਣ ਵਾਸਤੇ ਦਿੱਤੀ, ਮੈਨੂੰ ਜਪਣਾ ਪੈ ਜਾਣਾ ਹੈ, ਮੈਨੂੰ ਵਿਕਾਰ ਛੱਡਣੇ ਪੈ ਜਾਣੇ ਨੇ। ਬਹੁਤੇ ਲੋਕ ਅੱਜ ਵੀ ਐਵੇਂ ਕਰਦੇ ਨੇ। ਔਰ ਇੱਕ ਛੋਟੀ ਜੀ ਉਦਾਹਰਨ ਹੈ ਜਿਹੜੀ ਸੰਸਾਰ ਪ੍ਰਸਿੱਧ ਹੈ। ਜੇ ਕਿਸੇ ਬੰਦੇ ਨੂੰ ਆਖੀਏ ਕਿ ਭਾਈ ਤੂੰ ਅੰਮ੍ਰਿਤ ਛਕ ਲੈ, ਅੰਮ੍ਰਿਤ ਛਕਣ ਤੋਂ ਬਾਅਦ
ਤੇਰੇ ਜੀਵਨ ਦਾ ਨਿਰਵਾਹ ਸਹੀ ਚੱਲ ਪਵੇਗਾ। ਭਾਵ ਕਿ ਤੂੰ ਵਿਕਾਰਾਂ ਵੱਲੋਂ ਰੋਕਿਆ ਜਾਵੇਂਗਾ। ਭਾਵੇਂ ਕਿ ਇਹ ਗੱਲ ਵੱਖਰੀ ਕਿ ਅੰਮ੍ਰਿਤ ਛਕ ਕੇ ਵੀ ਕੋਈ ਲੋਕ ਭੈੜੇ ਕਰਮ ਕਰਦੇ ਨੇ। ਰੱਬ ਜਾਣਦਾ ਹੈ, ਵਾਹਿਗੁਰੂ ਜਾਣਦਾ ਹੈ, ਸਭ ਕੁਝ ਜਾਣਦਾ ਹੈ। ਜੇ ਉਹ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤਾਂ ਉਹਨੂੰ ਇਹ ਵੀ ਪਤਾ ਹੈ ਵੀ ਇਹ ਬੰਦਾ ਕਿਹੋ ਜਿਹੇ ਕਰਮ ਕਰਦਾ ਪਿਆ ਹੈ। ਸੋ ਉਸ ਬੰਦੇ ਨੇ ਕਹਿ ਦਿੱਤਾ, ਨਹੀਂ, ਜੇ ਮੈਂ ਹੁਣ ਤੋਂ ਹੀ ਅੰਮ੍ਰਿਤ ਛਕ ਕੇ ਬੈਠ ਜਾਵਾਂਗਾ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਮੈਂ ਕੁਝ ਖੱਟ ਨਹੀਂ ਸਕਾਂਗਾ, ਕੁਝ ਮਨ ਭਾਉਂਦਾ ਖਾ ਨਹੀਂ ਸਕਾਂਗਾ। ਜੀਵ ਦੇ ਚਸਕੇ ਨੇ ਇਸ ਨੂੰ ਪਰਮਾਤਮਾ ਦੇ ਨਾਲੋਂ ਵਿਗਾੜ ਦਿੱਤਾ। ਤੇ ਮਹਾਰਾਜ ਨੇ ਫਿਰ ਆਖਿਆ, ਵੇਖ, ਜਿਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਤੈਨੂੰ ਐਵੇਂ ਲੱਗਦਾ ਨਾ ਕਿ ਮੇਰੇ ਅੰਦਰ ਜ਼ਹਿਰ ਲੜਦਾ ਹੈ, ਬਿੱਛੂ ਦਾ, ਜਿਵੇਂ ਬਿੱਛੂ ਡੰਗ ਮਾਰਦਾ, ਤੜਪ ਮਿੱਟੀ ਹੁੰਦੀ ਹੈ। ਜਿਸ ਬਾਣੀ ਨੂੰ ਪੜ੍ਹ ਕੇ ਲੋਕਾਂ ਦੇ ਸਰੀਰਾਂ ਦੇ ਵਿੱਚ, ਲੋਕਾਂ ਦੇ ਮਨ ਦੇ ਵਿੱਚ ਠੰਡਕ ਪਹੁੰਚਦੀ ਸੀਗੀ, ਅੱਜ ਉਸ ਬਾਣੀ ਨੂੰ ਪੜ੍ਹ ਕੇ ਬਹੁਤੇ ਲੋਕਾਂ ਦੇ ਅੰਦਰ ਇੱਕ ਐਂ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਵੱਡਾ ਪਾਪ ਕਰ ਬੈਠੇ ਨੇ ਗੁਰੂ ਘਰ ਆ ਕੇ। ਇਵੇਂ ਲੱਗਦਾ ਹੈ। ਸਤਿਗੁਰੂ ਜੀ ਨੇ ਫਿਰ ਉਹਨਾਂ ਵਾਸਤੇ ਗਵਾਰ ਸ਼ਬਦ ਵਰਤਿਆ ਕਿ ਤੂੰ ਗਵਾਰ ਹੈ, ਤੈਨੂੰ ਅਸਲ 'ਚ ਪਤਾ ਹੀ ਨਹੀਂ ਹੈ। ਪੱਖ ਅਪੱਖ ਖਾਏ, ਕਹਿੰਦੇ ਲੋਭੀ ਜਨਤ ਨਹੀਂ ਜਾਣਦਾ। ਉਹ ਕਹਿੰਦੇ ਨੇ ਫਿਰ ਖਾਣ ਵਾਲੀ ਚੀਜ਼ ਵੀ ਖਾ ਲੈਂਦਾ ਹੈ, ਤੇ ਅਪੱਖ ਜਿਹੜੀ ਨਹੀਂ ਖਾਣ ਵਾਲੀ ਉਹ ਵੀ ਖਾ ਲੈਂਦਾ ਹੈ। ਕਿਉਂ? ਚੋਰੀ ਕਰਨ ਦੇ ਨਾਲ ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਕਿੰਨੇ ਕਰੋੜਾਂ ਲੋਕ ਗਲ ਵੱਢ ਕੇ ਦੂਜੇ ਦੀ ਹੱਤਿਆ ਕਰਕੇ ਕਿੰਨਾ ਆਪਣੇ ਘਰ ਨੂੰ ਭਰਦੇ ਨੇ। ਅਸੰਖੀ ਪਾਪੀ ਪਾਪ ਕਰ ਕਰਕੇ ਜਾਂਦੇ ਨੇ। ਤੇ ਫਿਰ ਜਦੋਂ ਪਾਪ ਸ਼ਬਦ ਬੰਦੇ ਦੇ ਸਰੀਰ ਨਾਲ ਜੁੜ ਗਿਆ, ਤੇ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ, ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸਹਾਇ। ਪਾਪੀ ਬੰਦੇ ਨੂੰ ਭਗਤੀ ਚੰਗੀ ਨਹੀਂ ਲੱਗਦੀ। ਮੁੱਖ ਕਾਰਨ ਇਹ ਹੈ, ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸਹਾਇ। ਉਹਨੂੰ ਨਾ ਤਾਂ ਪਰਮਾਤਮਾ ਜੀ ਦੀ ਸਿਫਤ ਚੰਗੀ ਲੱਗਦੀ ਹੈ, ਨਾ ਉਹਨੂੰ ਭਗਤੀ ਚੰਗੀ ਲੱਗਦੀ, ਕਿਉਂਕਿ ਉਹਦੇ ਨਾਲ ਅਸੰਖ ਗਲ ਵੱਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਉਹ ਸ਼ਬਦ ਉਹਦੇ ਨਾਲ ਜੁੜ ਗਿਆ। ਜਿਸ ਕਰਕੇ ਉਹਨੂੰ ਭਗਤੀ ਨਹੀਂ ਚੰਗੀ ਲੱਗਦੀ, ਜਿਸ ਕਰਕੇ ਸ਼ਬਦ ਵਰਤ ਲਿਆ ਗਿਆ ਗਵਾਰ। ਇਹ ਮੂਰਖ ਉਸ ਪਰਮਾਤਮਾ ਜੀ ਦੇ ਨਾਮ ਨੂੰ ਕਿਉਂ ਨਹੀਂ ਚੇਤੇ ਕਰਦਾ, ਵਾਹਿਗੁਰੂ ਨੂੰ ਕਿਉਂ ਆਪਣੇ ਮਨ 'ਚ ਨਹੀਂ ਵਸਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਜਾ ਕੀ ਸੇਵਾ ਨਵਨਿਧ ਪਾਵੇ। ਜਿਹਦੀ ਸੇਵਾ ਦੇ ਨਾਲ ਤੈਨੂੰ ਨਵਨਿਧੀਆਂ ਪ੍ਰਾਪਤ ਹੋਣੀਆਂ ਸੀਗੀਆਂ, ਕਹਿੰਦੇ ਨੇ, ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਉਹਦੇ ਨਾਲ ਮਨ ਹੀ ਨਹੀਂ ਲਾਉਂਦਾ, ਉਸ ਪਰਮਾਤਮਾ ਦੇ ਨਾਲ ਹੀ ਮਨ ਹੀ ਨਹੀਂ ਜੋੜਦਾ, ਉਸ ਵਾਹਿਗੁਰੂ ਦੇ ਨਾਲ ਹੀ ਮਨ ਹੀ ਨਹੀਂ ਜੋੜਦਾ ਆਪਣਾ। ਉਹ ਨਵਨਿਧੀਆਂ ਕਿਹਨੂੰ ਕਹਿੰਦੇ ਨੇ? ਨੌ ਨਿਧੀਆਂ ਕਹਿੰਦੇ ਨੇ। ਜੇ ਨਵਨਿਧ ਪ੍ਰਾਪਤ ਕਰੇਗਾ, ਜੇ ਗੁਰੂ ਦੀ ਸੇਵਾ ਕਰ ਲੇਗਾ, ਤੇ ਜਿਸ ਵਾਹਿਗੁਰੂ ਦੀ ਸੇਵਾ ਕਰੇਗਾ, ਤੇ ਨਵਨਿਧ ਜੇ ਤਾਂ ਸੋਚਿਆ ਜਾਵੇ ਇਹਨਾਂ ਪਹਿਲੇ ਮਨੁੱਖਾਂ ਵਾਲੀ ਬਿਰਤੀ ਦੇ ਨਾਲ, ਜਿਨ੍ਹਾਂ ਨੂੰ ਨਾਮ ਸੁਣਨ ਦੇ ਨਾਲ ਬਿੱਛੂ ਵਰਗੀ ਤੜਪ ਮਿੱਟੀ ਲੱਗਦੀ ਹੈ, ਔਰ ਜਿਨ੍ਹਾਂ ਨੇ ਪਾਪੀ ਨੇ ਜਿਹੜੇ, ਉਹਨਾਂ ਨੂੰ ਆਖਿਆ ਜਾਵੇ ਨਵਨਿਧ ਪਾਵੇਂਗਾ, ਤਾਂ ਉਹ ਕਿਵੇਂ ਦਾ ਸੋਚਣਗੇ? ਉਹ ਸੋਚਣਗੇ ਵੀ ਘਰ ਦੇ ਵਿੱਚ ਬਹੁਤ ਜ਼ਿਆਦਾ ਮਾਇਆ ਆ ਜਾਵੇਗੀ, ਬਹੁਤ ਜ਼ਿਆਦੀਆਂ ਸ਼ਕਤੀਆਂ ਆ ਜਾਣਗੀਆਂ, ਕਰਾਮਾਤਾਂ ਆ ਜਾਣਗੀਆਂ, ਜੋ ਮੈਂ ਚਾਹਾਂਗਾ ਕਰ ਸਕਾਂਗਾ। ਫਿਰ ਕਹਿੰਦੇ ਨੇ, ਉਹ ਫਿਰ ਇਹ ਸੋਚੇਗਾ ਵੀ ਇਹ ਤਾਂ ਵਿੱਚ ਮੈਨੂੰ ਲਾਭ ਹੀ ਬਹੁਤ ਹੈ। ਜੇ ਸੇਵਾ ਕਰਨ ਦੇ ਨਾਲ ਮੈਨੂੰ ਸ਼ਕਤੀ ਮਿਲ ਜਾਂਦੀ ਹੈ, ਜੇ ਸੇਵਾ ਕਰਨ ਦੇ ਨਾਲ ਮੈਨੂੰ ਨਵਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਫਿਰ ਕਹਿੰਦੇ ਨੇ ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਮੈਂ ਜਿਵੇਂ ਚਾਹਾਂਗਾ ਉਵੇਂ ਕੋਈ ਮੰਤਰ ਮਾਰਾਂਗਾ, ਮੈਂ ਕਿਸੇ ਨੂੰ ਲੁੱਟ ਸਕਦਾ, ਉਵੇਂ ਮੈਂ ਮੰਤਰ ਕੋਈ ਜਾਦੂ ਪੜਾਂਗਾ, ਮੈਂ ਕਿਸੇ ਨੂੰ ਆਪਣੇ ਵੱਸ 'ਚ ਕਰ ਸਕਦਾ। ਸੋ ਸਤਿਗੁਰੂ ਜੀ ਇਹੋ ਜਿਹੇ ਬੰਦਿਆਂ ਦੀ ਗੱਲ ਕਰਦੇ ਨੇ ਵੀ ਇਹੋ ਜਿਹੇ ਬੰਦਿਆਂ ਨੂੰ ਨੌਨਿਧ ਮਿਲੇਗਾ। ਮਾਰੇ ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਨੌਨਿਧ ਨਹੀਂ ਮਿਲੇਗਾ, ਕਿਉਂਕਿ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਕਾਰਨ ਹੈ, ਕੁਝ ਨਾ ਕੁਝ ਉਹਨਾਂ ਦੀ ਸੇਵਾ ਦੇ ਵਿੱਚ ਭਾਵਨਾ ਨਹੀਂ ਹੈ। ਅਸਲ ਦੇ ਵਿੱਚ ਉਹ ਸੇਵਾ ਦੇ ਨਾਂ ਤੇ ਕੁਝ ਲੁੱਟਣਾ ਚਾਹੁੰਦੇ ਨੇ, ਕੁਝ ਹੜਪਣਾ ਚਾਹੁੰਦੇ ਨੇ। ਔਰ ਅੱਜ ਵੀ ਜੇ ਆਪਾਂ ਸੋਚੀਏ, ਇੱਕ ਪਾਸੇ ਆਪਾਂ ਕਹਿੰਦੇ ਨੇ ਹਮ ਮੂਰਖ ਤੁਮ ਚਤੁਰ ਸਿਆਣੇ, ਇਹ ਮਹਾਰਾਜ ਅਸੀਂ ਮੂਰਖ ਤੂੰ ਚਤੁਰ ਹੈ, ਸਿਆਣਾ ਬਹੁਤ ਹੈ। ਫਿਰ ਜਦੋਂ ਅਸੀਂ ਵਿਖਾਵਾ ਕਰਦੇ ਹਾਂ, ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿਤੇ ਬਹੁਤ ਭਾਰੀ ਇਲੈਕਸ਼ਨਾਂ ਦਾ ਕੰਮ ਚੱਲਦਾ, ਵੋਟਾਂ ਦਾ ਕੰਮ ਚੱਲਦਾ ਹੋਵੇ, ਫਿਰ ਲੋਕ ਜੂਠੀਆਂ ਪੱਤਲਾਂ ਮਾਂਜਦੇ ਦੇਖੇ ਨੇ, ਉਹ ਲੋਕ ਗੁਰੂ ਘਰਾਂ ਦੇ ਵਿੱਚ ਪੋਚੇ ਲਾਉਂਦੇ ਦੇਖੇ ਨੇ, ਉਹ ਲੋਕ ਗੁਰੂ ਘਰਾਂ ਦੇ ਵਿੱਚ ਪੈਸੇ ਲਾਉਂਦੇ ਦੇਖੇ ਨੇ, ਉਹੀ ਲੋਕ
ਜਿਹੜੇ ਲੋਕ ਗੁਰੂ ਘਰ ਦੇ ਲਾਗੋਂ ਹਾਰਨ ਮਾਰ ਕੇ ਗੱਡੀਆਂ ਲੰਘਦੇ ਸੀ, ਅੱਜ ਉਹੀ ਲੋਕ ਗੱਡੀ ਤੋਂ ਪੈਦਲ ਤਰ ਕੇ ਜਾਂਦੇ ਨੇ। ਕਹਿੰਦੇ ਨੇ ਮੈਂ ਗੁਰੂ ਘਰ ਦੇ ਵਿੱਚੋਂ ਦੀ ਜਾਵਾਂ। ਇਹ ਨਹੀਂ ਮੱਥਾ ਟੇਕਣ ਵਾਸਤੇ ਆਉਂਦੇ ਨੇ, ਅਸਲ ਦੇ ਵਿੱਚ ਉਹ ਵਿਖਾਉਣ ਵਾਸਤੇ ਆਉਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਤੁਹਾਡੇ ਤੋਂ ਆਹ ਚੀਜ਼ ਚਾਹੀਦੀ ਹੈ, ਤੁਹਾਡੇ ਤੋਂ ਆਹ ਚੀਜ਼ਾਂ ਚਾਹੀਦੀਆਂ ਨੇ। ਲੋਕ ਮੈਨੂੰ ਵੇਖ ਲੈਣ ਤੇ ਮੈਨੂੰ ਵੇਖ ਕੇ ਆਖਣ ਕਿ ਅਸੀਂ ਤੇਰੇ ਤੋਂ ਕੁਝ ਲੈਣਾ ਹੈ ਤੇ ਸਾਡੇ ਨਾਲ ਵੀ ਕੁਝ ਲਾਭ ਕਰੇਗਾ ਤੇ ਅਸੀਂ ਤੈਨੂੰ ਵੋਟ ਪਾ ਦੇਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿਸ ਮਾਲਕ ਨਾਲ ਚਤਰਾਈਆਂ ਕਰਦਾ ਹੈ? ਜਿਹੜੇ ਮਾਲਕ ਚ ਲੋਕਾਂ ਨੂੰ ਤੂੰ ਵਿਖਾ ਸਕਦਾ ਹੈ, ਲੋਕਾਂ ਨੂੰ ਝੂਠੀ ਸੇਵਾ ਵਿਖਾ ਸਕਦਾ ਹੈ, ਪਰ ਜਿਹੜਾ ਮਾਲਕ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਉਹਦੇ ਨਾਲ ਧੋਖਾ ਕਰ ਰਿਹਾ ਹੈ। ਔਰ ਮੂੰਹ ਤੋਂ ਤੂੰ ਆਪ ਹੀ ਕਹਿੰਦਾ ਮਹਾਰਾਜ ਹਮ ਮੂਰਖ ਤੁਮ ਚਤੁਰ ਸਿਆਣੇ। ਹੈ ਮਨੁੱਖ ਦੇ ਅੰਦਰ ਕੋਈ ਸੋਝੀ? ਇਹ ਦੋਗਲਾਪਨ ਹੈ। ਇਸ ਕਰਕੇ ਜਾ ਕੀ ਸੇਵਾ ਨਵਨਿਧ ਪਾਵੇ। ਨਵਨਿਧ ਕਿਹਨਾਂ ਨੂੰ ਮਿਲੇਗਾ? ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੂਰਖ ਬਣਾਉਣਾ ਚਾਹਿਆ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੰਸਾਰ ਦੇ ਜੀਵਾਂ ਨੂੰ ਕਮਲੇ ਬਣਾਉਣਾ ਚਾਹਿਆ, ਪਰ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਸੰਸਾਰ ਦੇ ਜੀਵਾਂ ਨੂੰ ਕਮਲਾ ਨਹੀਂ ਬਣਾਇਆ, ਸੰਸਾਰ ਦੇ ਜੀਵਾਂ ਨੂੰ ਸੋਝੀ ਬਖਸ਼ਿਸ਼ ਕੀਤੀ ਹੈ। ਭਲਿਓ ਜੇ ਸੇਵਾ ਕਰਨੀ ਹੈ ਆਓ ਗੁਰੂ ਰਾਮਦਾਸ ਸਾਹਿਬ ਜੀ ਵਾਂਗੂ ਸੇਵਾ ਕਰੀਏ, ਆਓ ਬਾਬਾ ਲਹਿਣਾ ਜੀ ਦੇ ਵਾਂਗੂ ਸੇਵਾ ਕਰੀਏ। ਔਰ ਉਹਨਾਂ ਦੇ ਵਾਸਤੇ ਨਵਨਿਧ ਕੀ ਹੈ ਪੁੱਛੀਏ ਗੁਰੂ ਅੰਗਦ ਸਾਹਿਬ ਜੀ ਨੂੰ, ਮਹਾਰਾਜ ਤੁਹਾਡੇ ਵਾਸਤੇ ਨਵਨਿਧ ਕੀ ਚੀਜ਼ ਹੈ? ਉਹ ਕਹਿ ਦਿੰਦੇ ਨੇ ਮੈਂ ਜਦੋਂ ਸੇਵਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਤੇ ਗਿਆ ਸੀ ਨਾ, ਤੇ ਜਦੋਂ ਮੈਂ ਸੇਵਾ ਕੀਤੀ, ਜਦੋਂ ਨਿਮਰਤਾ ਦੇ ਨਾਲ ਪਿਆਰ ਨਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ, ਉਹਨਾਂ ਨੇ ਮੈਨੂੰ ਇੱਕ ਨੌਨਿਧ ਸ਼ਬਦ ਦਿੱਤਾ। ਉਹ ਸ਼ਬਦ ਨੌਨਿਧ ਕਿਹੜਾ ਸੀ? ਲੈਣਿਆ ਤੂੰ ਸਾਡੇ ਤੋਂ ਕੁਛ ਲੈਣਾ ਤੇ ਅਸੀਂ ਤੈਨੂੰ ਦੇਣਾ। ਉਹ ਨੌਨਿਧ ਸ਼ਬਦ ਬਖਸ਼ਿਸ਼ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ। ਤੇ ਬਾਬਾ ਲਹਿਣਾ ਜੀ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਨਵਨਿਧ ਪ੍ਰਾਪਤ ਕੀਤੀ, ਨਵਨਿਧ ਗੁਰੂ ਦੀ ਸੇਵਾ ਤੋਂ ਪ੍ਰਾਪਤ ਕੀਤੀ, ਤੇ ਜਿਹੜੀ ਬੀਬੀ ਕਹਿੰਦੀ ਸੀ ਨਾ ਇਹ ਅਮਰੂ ਨਿਥਾਵਾਂ ਹੈ, ਇਹਦਾ ਕੋਈ ਘਰ-ਬਾਰ ਨਹੀਂ, ਅਮਰੂ ਨਿਥਾਵਾਂ ਹੈ। ਔਰ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹੀ ਅਮਰੂ ਨਿਥਾਵਾਂ ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਬਣ ਗਿਆ, ਨਿਥਾਵਿਆਂ ਦੀ ਥਾਂ ਬਣ ਗਿਆ, ਨਿਧਰਿਆਂ ਦੀ ਧਰ ਬਣ ਗਿਆ, ਨਿਪੱਤਿਆਂ ਦੀ ਪੱਤ ਬਣ ਗਿਆ। ਉਹਨਾਂ ਨੂੰ ਨੌਨਿਧ ਇਸ ਨੂੰ ਆਖਿਆ ਜਾਂਦਾ ਹੈ। ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੇਵਾ ਕੀਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ, ਉਹਨਾਂ ਨੂੰ ਇੱਕ ਨੌਨਿਧ ਸ਼ਬਦ ਦਿੱਤਾ। ਉਹ ਨੌਨਿਧ ਸ਼ਬਦ ਕਿਹੜਾ ਸੀ? ਦੋਹਿਤਾ ਬਾਣੀਕਾ ਬੋਹਿਥਾ। ਉਹ ਨੌਨਿਧ ਸ਼ਬਦ ਉਹਨਾਂ ਨੂੰ ਮਿਲਿਆ। ਤੇ ਕਹਿੰਦੇ ਨੇ ਫਿਰ ਜਦੋਂ ਇਹ ਸ਼ਬਦ ਨੌਨਿਧ ਕਿਉਂ ਪ੍ਰਾਪਤ ਹੋਇਆ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਭੇਸ ਵਟਾ ਕੇ ਸੰਗਤ ਦੇ ਵਿੱਚ ਸੇਵਾ ਕਰਦੇ ਰਹੇ ਸਨ। ਇੱਕ ਵਾਰ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਨ, ਤੇ ਕਹਿੰਦੇ ਨੇ ਉਹਨਾਂ ਦੇ ਕੋਲ ਕਈ ਸਿੱਖ ਹੋਣੇ, ਔਰ ਉਹੀ ਨੌਨਿਧ ਉਹੀ ਦੇ ਸਕਦਾ ਨਾ ਜਿਹਨੇ ਆਪ ਨੌਨਿਧ ਕਿਸ ਤਰ੍ਹਾਂ ਪ੍ਰਾਪਤ ਕੀਤੀ ਹੋਵੇ ਸੇਵਾ ਕਰਕੇ, ਉਹੀ ਦੱਸ ਸਕਦਾ ਨੌਨਿਧ ਐਵੇਂ ਪ੍ਰਾਪਤ ਕਰੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਸਨ, ਤੇ ਭਾਈ ਬਹਿਲੋ ਆਇਆ, ਭਾਈ ਮੰਝ ਆਇਆ, ਤੇ ਕਹਿੰਦੇ ਨੇ ਭਾਈ ਮੰਝ ਨੇ ਵੇਖਿਆ ਕਿ ਇੱਥੇ ਗੁਰੂ ਘਰ ਦੀ ਬੜੀ ਸ਼ੋਭਾ ਸੁਣੀਦੀ ਹੈ, ਮੈਂ ਵੀ ਕਿਉਂ ਨਾ ਇੱਥੇ ਅੰਦਰ ਜਾ ਕੇ ਵੇਖਾਂ। ਪਹਿਲਾਂ ਸਖੀ ਸਰਵਰ ਦਾ ਚੇਲਾ ਸੀ, ਚੌਂਕੀਆਂ ਭਰਨੀਆਂ, ਹੋਰ ਕਈ ਕਰਮ ਕਰਨੇ, ਕੁਝ ਇਹੋ ਜਿਹੇ ਕਰਮ ਕਰ ਬੈਠਨੇ, ਕਿਉਂਕਿ ਹਰ ਇੱਕ ਇਨਸਾਨ ਦੇ ਅੰਦਰ ਕੁਝ ਨਾ ਕੁਝ ਚੱਲਦਾ ਹੈ ਕਿ ਕਿੱਥੋਂ ਲਾਭ ਮਿਲਦਾ ਹੈ, ਕਿੱਥੋਂ ਕੁਝ ਨਾ ਕੁਝ ਲਾਭ ਮਿਲ ਜਾਵੇ ਉਧਰ ਨੂੰ ਤੁਰ ਪੈਂਦਾ ਹੈ। ਪਰ ਅੰਦਰ ਦੀ ਗੱਲ ਜਿਹੜੀ ਆਤਮਿਕ ਸ਼ਾਂਤੀ ਮਿਲਣ ਵਾਲੇ, ਜਿਹੜੇ ਅੰਦਰ ਆਤਮੇ ਆਪ ਨੂੰ ਸ਼ਾਂਤ ਕਰਨ ਵਾਲੇ, ਸ਼ਾਂਤੀ ਚਾਹੁੰਦੇ ਹੋਣ, ਉਹ ਕੁਝ ਵੱਖਰੇ ਹੁੰਦੇ, ਉਹਨਾਂ ਦਾ ਕੁਝ ਵੱਖਰਾ ਢੰਗ ਹੁੰਦਾ ਹੈ। ਇਹ ਰੁਕਿਆ, ਜਦੋਂ ਵੇਖਿਆ ਸਿੱਖ ਨੂੰ ਜਾ ਕੇ ਪੁੱਛਿਆ ਕਿ ਕਹਿੰਦੇ ਨੇ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਮੈਂ ਮਿਲਣਾ ਹੈ, ਗੁਰੂ ਸਾਹਿਬ ਜੀ ਨੂੰ ਮਿਲਣਾ ਹੈ। ਉਹ ਕਹਿੰਦੇ ਕਿਉਂ ਮਿਲਣਾ ਹੈ? ਕਹਿੰਦੇ ਜੀ ਮੈਂ ਦਰਸ਼ਨ ਕਰਨੇ ਨੇ। ਔਰ ਕਹਿੰਦੇ ਨੇ ਕਿੱਥੋਂ ਆਇਆ? ਕਹਿੰਦੇ ਜੀ ਮੈਂ ਜਾ ਤਾਂ ਰਿਹਾ ਸੀ ਇਧਰ ਸਖੀ ਸਰਵਰ ਦੇ ਦਰਸ਼ਨ ਕਰਨ ਵਾਸਤੇ, ਮਨ 'ਚ ਚਾਅ ਪੈਦਾ ਹੋਇਆ, ਜੱਥਾ ਬਾਹਰ ਖਲੋਤਾ ਹੈ ਤੇ ਮੇਰੇ ਮਨ 'ਚ ਚਾਅ ਪੈਦਾ ਹੋਇਆ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਂ, ਅਗਲੀ ਸਵੇਰ ਨੂੰ ਮੈਂ ਚਲੇ ਜਾਣਾ। ਕਹਿੰਦੇ ਠੀਕ ਹੈ। ਕਹਿੰਦੇ ਕਿੱਥੇ ਹਨ ਗੁਰੂ ਸਾਹਿਬ ਜੀ? ਜਦੋਂ ਵੇਖਿਆ
ਕੁਝ ਦਿਨ ਵੇਖਦਾ ਰਿਹਾ। ਕਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਟਾ ਗੁੰਨਦੇ ਪਏ ਨੇ, ਕਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲੱਕੜਾਂ ਦੀ ਸੇਵਾ ਕਰਦੇ ਪਏ ਨੇ, ਕਿਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਚਰਨ ਘੁੱਟਦੇ ਪਏ ਨੇ, ਤੇ ਕਿਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਜੋੜੇ ਝਾੜਦੇ ਪਏ ਨੇ। ਵੇਖਿਆ ਕਿ ਇਹ ਤਾਂ ਗੱਲ ਹੀ ਵੱਖਰੀ ਹੈ। ਇੱਥੇ ਆਣ ਕੇ ਜਦੋਂ ਭਾਈ ਮੰਝ ਨੇ ਦਰਸ਼ਨ ਕੀਤੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇੱਕ ਗੱਲ ਕਹਿੰਦਾ, ਮਹਾਰਾਜ ਸਿੱਖੀ ਬਖਸ਼ ਦਿਓ, ਸਿੱਖਿਆ ਬਖਸ਼ਿਸ਼ ਕਰੋ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੀ ਗੱਲ ਤਾਂ ਠੀਕ ਹੈ ਕਿ ਭਾਵਨਾ ਦੇ ਨਾਲ ਕੋਈ ਗੁਰੂ ਘਰ ਆਵੇ ਖਾਲੀ ਤਾਂ ਨਹੀਂ ਜਾਣ ਦਿੱਤਾ ਜਾਂਦਾ। ਸਿੱਖ ਦੀ ਪਰਿਭਾਸ਼ਾ ਵੀ ਇਹੋ ਜਿਹੀ ਹੈ, ਕਦੀ ਖਾਲੀ ਨਹੀਂ ਮੁੜਦਾ, ਗੁਰੂ ਤੋਂ ਸਿੱਖਿਆ ਉਹਨੇ। ਸੋ ਉਹ ਕਹਿਣ ਲੱਗੇ, ਕਹਿੰਦੇ ਵੀ ਪਹਿਲਾਂ ਇਹ ਸੋਚ ਕੇ ਆ ਵੀ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਣੀ, ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਣੀ। ਕਹਿੰਦੇ ਮਹਾਰਾਜ ਫਿਰ ਕੀ ਕਰਨਾ ਪਵੇਗਾ? ਕਹਿੰਦੇ ਇਹ ਤਾਂ ਤੈਨੂੰ ਵੀ ਪਤਾ ਹੈ ਵੀ ਸਿੱਖਿਆ ਦੇ ਉੱਪਰ ਸਿੱਖਿਆ ਨਹੀਂ ਟਿਕ ਸਕਦੀ। ਕਹਿੰਦੇ ਸੇਵਾ ਕਰਨੀ ਪਵੇਗੀ। ਫਿਰ ਜਿਹੜਾ ਆ ਅੰਦਰ ਦਾ ਭਰਮ ਪਾਈ ਬੈਠਾ ਨਾ ਸਖੀ ਸਰਵਰ ਦੇ ਨਾਲ, ਉਹਦੇ ਨਾਲ ਥੋੜਾ ਜਿਹਾ ਨਾਤਾ ਤੋੜਨਾ ਪਵੇਗਾ। ਕਹਿੰਦੇ ਜਾ ਆਪਣੇ ਘਰ ਦੇ ਵਿੱਚੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਪਹਿਲਾਂ ਉਹਨਾਂ ਬੰਧਨਾਂ ਤੋਂ ਮੁਕਤ ਕਰਾ ਕੇ ਆ। ਜਦੋਂ ਤੇਰੇ ਉਹ ਬੰਧਨ ਖਤਮ ਹੋ ਜਾਣਗੇ ਨਾ, ਫਿਰ ਆਵੇਂ ਤੈਨੂੰ ਸਿੱਖੀ ਬਖਸ਼ ਦਿੱਤੀ ਜਾਵੇਗੀ। ਭਾਈ ਮੰਝ ਇਵੇਂ ਕੀਤਾ। ਘਰ ਦੇ ਵਿੱਚ ਜਿਹੜੀ ਦਰਗਾਹ ਬਣਾਈ ਸੀਗੀ ਉਹ ਢਾਹ ਦਿੱਤੀ ਗਈ, ਪਿੰਡ ਤੇ ਲੋਕਾਂ ਨੇ ਬਾਹਰ ਕੱਢ ਦਿੱਤਾ। ਜਿਹੜੀ ਪਿੰਡ ਦੀ ਕੋਈ ਚੌਧਰ ਸੀ ਉਹ ਵੀ ਖੋਹ ਲਈ। ਤੇ ਕਹਿੰਦੇ ਨੇ ਘਰ ਦਾ ਹਾਲਾਤ ਕੁਝ ਠੀਕ ਨਾ ਹੋਣ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਅਸੀਂ ਖੁਦ ਤੈਨੂੰ ਬੁਲਾਵਾਂਗੇ, ਸੁਨੇਹਾ ਭੇਜਾਂਗੇ। ਕੁਝ ਦਿਨਾਂ ਬਾਅਦ ਫਿਰ ਸਿੱਖ ਨੂੰ ਭੇਜਿਆ, ਸਿੱਖ ਗਿਆ ਤੇ ਕਹਿੰਦੇ ਨੇ ਪਤਾ ਲੈ ਕੇ ਫਿਰ ਵਾਪਸ ਆ ਜਾਣਾ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ। ਫਿਰ ਜਦੋਂ ਅੰਦਰ ਪਿਆਸ ਵੇਖੀ ਕਿ ਗੁਰੂ ਸਾਹਿਬ ਜੀ ਨੂੰ ਮੇਰੇ ਅੰਦਰ ਦੀ ਪਿਆਸ ਜਾ ਕੇ ਦੱਸ ਦੇਣਾ ਕਿ ਗੁਰੂ ਸਾਹਿਬ ਜੀ ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਹੈ, ਮੇਰੇ ਅੰਦਰ ਇੱਕ ਤਰਲਾ ਹੈ। ਤੇ ਕਹਿੰਦੇ ਨੇ ਉਸ ਸਿੱਖ ਨੇ ਫਿਰ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਦੱਸਣਾ। ਇੱਕ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੁਲਾ ਲਿਆ। ਜਦੋਂ ਬੁਲਾਇਆ, ਇੱਕ ਸੇਵਾ ਦਿੱਤੀ ਗਈ, ਲੱਕੜਾਂ ਕੱਟ ਕੇ ਲਿਆਉਣੀਆਂ ਲੰਗਰ ਦੇ ਵਿੱਚ, ਲੰਗਰ ਵਾਸਤੇ ਲੱਕੜਾਂ ਕੱਟ ਕੇ ਲਿਆਉਣੀਆਂ। ਜਦੋਂ ਲਿਆਇਆ ਕਰੇ ਤੇ ਕਹਿੰਦੇ ਨੇ ਪ੍ਰਸ਼ਾਦ ਆ ਜਦੋਂ ਛਕਿਆ ਕਰੇ ਨਾ, ਆਣ ਕੇ ਲੰਗਰ ਚੋਂ ਛਕ ਲਿਆ ਕਰੇ ਭਾਈ ਮੰਝ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਨੇ ਲੱਕੜਾਂ ਦੀ ਸੇਵਾ ਕਰਦਾ? ਕਹਿੰਦੇ ਹਾਂਜੀ ਗੁਰੂ ਸਾਹਿਬ ਜੀ ਲੱਕੜਾਂ ਦੀ ਸੇਵਾ ਕਰਦਾ। ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦੇ ਮਹਾਰਾਜ ਲੰਗਰ ਚੋਂ। ਸਤਿਗੁਰੂ ਜੀ ਲੰਗਰ ਚੋਂ? ਗੁਰੂ ਸਾਹਿਬ ਕਹਿੰਦੇ ਫਿਰ ਇਹ ਤਾਂ ਮਜ਼ਦੂਰੀ ਹੋ ਗਈ ਨਾ, ਇਹ ਸੇਵਾ ਥੋੜਾ ਹੋਈ, ਫਿਰ ਇਹ ਮਜ਼ਦੂਰੀ ਹੋ ਗਈ ਨਾ। ਵੀ ਲੰਗਰ ਦੇ ਵਿੱਚ ਲੱਕੜ ਲਿਆ ਕੇ ਫਿਰ ਉੱਥੋਂ ਤੋਂ ਪ੍ਰਸ਼ਾਦਾ ਛਕਦਾ, ਇਹ ਮਜ਼ਦੂਰੀ ਹੋ ਗਈ, ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਣਾ। ਇਵੇਂ ਕਰਨਾ, ਫਿਰ ਆਪਣੇ ਘਰ ਦਾ ਗੁਜ਼ਾਰਾ ਵੀ ਕਰਨਾ ਔਰ ਗੁਰੂ ਘਰ ਦੇ ਵਿੱਚ ਲੱਕੜਾਂ ਵੀ ਲੈ ਕੇ ਆਉਣੀਆਂ, ਲੱਕੜਾਂ ਵੇਚ ਕੇ ਗੁਜ਼ਾਰਾ ਕਰਨਾ ਔਰ ਗੁਰੂ ਘਰ ਦੇ ਵਿੱਚ ਵੀ ਲੱਕੜਾਂ ਦੀ ਸੇਵਾ ਕਰਨੀ। ਤੇ ਕਹਿੰਦੇ ਨੇ ਇਸੇ ਤਰ੍ਹਾਂ ਬਾਣੀ ਸਿੱਖੀ ਉਹਨਾਂ ਨੇ ਪਹਿਲਾਂ, ਫਿਰ ਬਾਣੀ ਸਿੱਖਾਂ ਦੇ ਪਾਸੋਂ ਸਿੱਖੀ, ਬਾਣੀ ਪੜ੍ਹਨ ਦਾ ਢੰਗ ਸਿੱਖਿਆ, ਬਾਣੀ ਨੂੰ ਕੰਠ ਕੀਤਾ, ਬਾਣੀ ਨੂੰ ਹਿਰਦੇ ਦੇ ਵਿੱਚ ਵਸਾਇਆ। ਤੇ ਕਹਿੰਦੇ ਜਦੋਂ ਉਹ ਬਾਣੀ ਯਾਦ ਹੋ ਗਈ, ਕੰਠ ਹੋ ਗਈ, ਤੇ ਗੁਰੂ ਸਾਹਿਬ ਜੀ ਨੂੰ ਜਦੋਂ ਪਿਆਰੇ ਗੁਰਸਿੱਖਾਂ ਨੂੰ ਵੇਖਿਆ ਨਾ, ਸੇਵਾ ਕਰਦੇ ਵੀ ਜਪਜੀ ਸਾਹਿਬ ਕਰਦੇ ਨੇ, ਪਾਣੀ ਸੰਗਤਾਂ ਨੂੰ ਪਿਆਉਂਦੇ ਵੀ ਜਪਜੀ ਸਾਹਿਬ ਕਰਦੇ ਨੇ, ਲੰਗਰ ਛਕਦੇ ਛਕਾਉਂਦੇ ਵਾਹਿਗੁਰੂ ਦਾ ਧਿਆਨ ਕਰਦੇ ਨੇ। ਜਪਜੀ ਸਾਹਿਬ ਹਿਰਦੇ ਦੇ ਵਿੱਚ ਬੈਠ ਗਿਆ। ਜੰਗਲਾਂ 'ਚ ਜਾਣਾ, ਲੱਕੜਾਂ ਕੱਟ ਕੇ ਲਿਆਉਣੀਆਂ, ਹਿਰਦੇ ਦੇ ਵਿੱਚ ਜਪਜੀ ਸਾਹਿਬ ਜੀ ਦਾ ਇਹੋ ਜਿਹਾ ਨਿਵਾਸ ਹੋਇਆ। ਉਸ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਸੇਵਾ ਨੇ ਇਹਦਾ ਉਤਾਰਾ ਕਰ ਦਿੱਤਾ। ਇੱਕ ਦਿਨ ਹਨੇਰੀ ਆਈ, ਲੱਕੜਾਂ ਸਿਰ ਦੇ ਉੱਪਰ ਰੱਖੀਆਂ ਨੇ ਤੇ ਕਹਿੰਦੇ ਨੇ ਇੱਕ ਬਹੁਤ ਵੱਡੀ ਖੱਡ ਦੇ ਵਿੱਚ ਡਿੱਗ ਪੈਂਦਾ ਹੈ ਭਾਈ ਮੰਝ। ਜਦੋਂ ਡਿੱਗਿਆ, ਉੱਚੀ ਉੱਚੀ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਕਰਨਾ ਆਰੰਭ ਕਰ ਦਿੱਤਾ, ਪਰ ਪੰਡ ਜਿਹੜੀ ਸੀ ਉਹ ਗਿੱਲੀ ਨਾ ਹੋਣ ਦਿੱਤੀ ਲੱਕੜਾਂ ਵਾਲੀ। ਤੇ ਕਹਿੰਦੇ ਨੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਇਸ ਗੱਲ ਦਾ ਪਤਾ ਲੱਗਾ, ਗੁਰੂ ਅਰਜਨ ਸਾਹਿਬ ਜੀ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਥੇ ਆਣ ਕੇ ਪਹੁੰਚੇ ਨੇ। ਤੇ ਆਣ ਕੇ ਮੰਝ ਨੂੰ ਕਹਿੰਦੇ ਨੇ ਭਾਈ ਮੰਝ ਆ ਲੱਕੜਾਂ ਥੱਲੇ ਸੁੱਟ ਦੇ, ਬਾਹਰ ਆ ਜਾ। ਭਾਈ ਮੰਝ ਕਹਿੰਦੇ ਮਹਾਰਾਜ ਆ ਲੱਕੜਾਂ ਲੰਗਰ ਵਾਸਤੇ ਨੇ, ਇਹ ਲੱਕੜਾਂ ਗਿੱਲੀਆਂ ਹੋ ਗਈਆਂ ਤੇ ਇਹ ਦੁਬਾਰਾ ਬਲਣੀਆਂ ਨਹੀਂ, ਔਖੀਆਂ ਹੋ ਜਾਣਗੀਆਂ। ਮੈਂ ਤਾਂ ਦੁਬਾਰਾ ਸੁਕਾ ਲਵਾਂਗਾ ਸਰੀਰ ਨੂੰ, ਪਰ ਇਹ ਪਹਿਲਾਂ ਲੱਕੜਾਂ ਕੱਢੀਆਂ ਜਾਣ, ਇਹ ਲੱਕੜਾਂ ਨਾ ਗਿੱਲੀਆਂ ਹੋ ਜਾਣ। ਜਦੋਂ ਪਿੱਛੋਂ ਗੁਰਸਿੱਖ ਰੱਸਾ ਲੈ ਕੇ ਆਏ
ਰੱਸੇ ਦੇ ਨਾਲ ਭਾਈ ਮੰਝ ਜੀ ਨੂੰ ਬਾਹਰ ਕੱਢਿਆ ਗਿਆ। ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ਉਸ ਦੇ ਗਿੱਲੇ ਕੱਪੜਿਆਂ ਦੇ ਨਾਲ ਹੀ ਗਲੇ ਨਾਲ ਲਾ ਕੇ ਇੱਕ ਨੌਨਿਧ ਸ਼ਬਦ ਉਹਨਾਂ ਨੂੰ ਬਖਸ਼ਿਆ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਾਰਾ। ਗੁਰ ਸੇਵਾ ਦੇ ਨਾਲ ਜਾ ਕੀ ਸੇਵਾ ਨਵਨਿਧ ਪਾਈਏ, ਉਹਨਾਂ ਨੇ ਉਹ ਸ਼ਬਦ ਨਵਨਿਧ ਪਾਇਆ। ਫਿਰ ਭਾਈ ਬਹਿਲੋ ਦੀ ਸੇਵਾ ਕਿਸ ਤਰ੍ਹਾਂ ਸੀ? ਨਵਨਿਧ ਕਿਹਨੂੰ ਕਹਿੰਦੇ ਨੇ? ਖਾਣ ਪੀਣ ਨੂੰ ਨਵਨਿਧ ਨਹੀਂ ਕਹਿੰਦੇ, ਜਿਹੜਾ ਗੁਰੂ ਗੱਲ ਨਾਲ ਲਾ ਕੇ ਸਾਨੂੰ ਕੁਝ ਸ਼ਬਦ ਬਖਸ਼ ਦਵੇ। ਭਾਈ ਮੰਝ ਨੂੰ ਬਖਸ਼ਿਸ਼ ਕੀਤਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਾਰਾ। ਤੇ ਭਾਈ ਬਹਿਲੋ ਸੇਵਾ ਕਰਿਆ ਕਰਦਾ ਸੀ ਗੁਰੂ ਘਰ ਦੇ ਵਿੱਚ। ਜਦੋਂ ਇੱਟਾਂ ਪਕਾਉਣੀਆਂ ਨਾ ਤੇ ਪੁੱਛਿਆ ਗਿਆ ਆਵੇ ਤਾਉਣ ਵਾਲਿਆਂ ਨੂੰ ਕਿ ਇਹ ਇੱਟਾਂ ਕਿਵੇਂ ਲਾਲ ਸੁਰਖ ਨਿਕਲਣ, ਕਿਵੇਂ ਪੱਕੀਆਂ ਨਿਕਲਣ? ਉਹ ਕਹਿੰਦੇ ਇਹਦੇ ਵਿੱਚ ਥੋੜਾ ਜਿਹਾ ਗੰਦਗੀ ਮਲ ਪਾਇਆ ਜਾਵੇ ਜਾਂ ਕੂੜਾ ਕਰਕਟ ਇਕੱਠਾ ਕਰਕੇ ਸਾਰਾ ਜਦੋਂ ਆਵੇ ਦੇ ਵਿੱਚ ਸੁੱਟਿਆ ਜਾਵੇ ਨਾ, ਤੇ ਫਿਰ ਇਹ ਇੱਟਾਂ ਬਿਲਕੁਲ ਲਾਲ ਨਿਕਲਣਗੀਆਂ, ਪੱਕੀਆਂ ਨਿਕਲਣਗੀਆਂ। ਤੇ ਜਦੋਂ ਇਸ ਨੇ ਇਸ ਤਰ੍ਹਾਂ ਕੀਤਾ, ਆਪਣੇ ਹੱਥਾਂ ਦੇ ਨਾਲ ਸੇਵਾ ਕਰਦਾ ਰਿਹਾ ਬੜੀ ਭਾਵਨਾ ਦੇ ਨਾਲ। ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ, ਉਹਨਾਂ ਨੇ ਇਹਨਾਂ ਨੂੰ ਇੱਕ ਨਵਨਿਧ ਸ਼ਬਦ ਦਿੱਤਾ, ਭਾਈ ਬਹਿਲੋਂ ਸਭ ਤੋਂ ਪਹਿਲੋਂ ਇਸ ਨੂੰ ਕਹਿੰਦੇ ਨੇ ਜਾ ਕੀ ਸੇਵਾ ਨਵਨਿਧ ਪਾਵੇ। ਮਹਾਰਾਜ ਕਹਿੰਦੇ ਨੇ ਇਹੋ ਜੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਇਹ ਮੂਰਖ ਬੰਦਾ ਆ ਰੱਬ ਦੇ ਨਾਲ ਅਜਿਹੇ ਪਰਮਾਤਮਾ ਦੇ ਨਾਲ ਮਨ ਨਹੀਂ ਲਾਉਂਦਾ, ਜਿਹਦੀ ਸੇਵਾ ਤੋਂ ਨੌਨਿਧ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜੋ ਠਾਕੁਰ ਸਦ ਸਦਾ ਹਜੂਰੇ, ਜਿਹੜਾ ਅਕਾਲ ਪੁਰਖ ਪਰਮਾਤਮਾ ਇਹਦੇ ਨਜ਼ਦੀਕ ਵਸਦਾ ਹੈ, ਉਸ ਅਕਾਲ ਪੁਰਖ ਪਰਮਾਤਮਾ ਨੂੰ ਤਾਕੋ ਅੰਧਾ ਜਾਣਤ ਦੂਰੇ। ਕਹਿੰਦੇ ਨੇ ਇਹ ਅੰਧਰਾ ਨੇਤਰਹੀਨ ਮਨੁੱਖ ਉਸ ਵਾਹਿਗੁਰੂ ਨੂੰ ਦੂਰ ਜਾਣਦਾ ਹੈ, ਉਸ ਪਰਮਾਤਮਾ ਨੂੰ ਦੂਰ ਜਾਣਦਾ ਹੈ, ਉਹਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ। ਪੜ੍ਹਦੇ ਆਪਾਂ ਸਾਰੇ ਆ, ਪਰ ਇਹਨਾਂ ਭਗਤੀਆਂ ਵੱਲ ਥੋੜਾ ਜਿਹਾ ਧਿਆਨ ਦੇ ਦਿਆ ਕਰੀਏ, ਸਿੱਖੀਏ। ਪਹਿਲੀ ਗੱਲ ਤਾਂ ਕੋਸ਼ਿਸ਼ ਕਰੀਏ ਅਸੀਂ ਬਾਣੀ ਸਿੱਖ ਕੇ ਫਿਰ ਪੜ੍ਹੀਏ, ਸਵਾਦ ਵੱਖਰਾ ਆਏਗਾ ਔਰ ਕੋਈ ਭੁੱਲ ਨਹੀਂ ਕਰਾਂਗੇ। ਔਰ ਨਾਲ ਦੀ ਨਾਲ ਅਸੀਂ ਪਰਮਾਤਮਾ ਦੇ ਨਾਲ ਸਿੱਧੀ ਇਹ ਗੱਲ ਕਹਿ ਸਕਦੇ ਹਾਂ, ਸਾਨੂੰ ਬਾਣੀ ਪੜ੍ਹ ਲੈਂਦੇ ਹਾਂ ਜਿੰਨੀ ਕੁ ਜੋਗੇ ਅਸੀਂ, ਪਰ ਇਹ ਨਹੀਂ ਆਖ ਸਕਾਂਗੇ ਸਾਡੇ ਅੰਦਰ ਦੀ ਸ਼ਰਧਾ ਗੁਰੂ ਜਾਣਦਾ। ਜੇ ਬਾਣੀ ਗਲਤ ਪੜ੍ਹੇਗੀ ਤਾਂ ਕਿੱਡੀ ਕੁ ਵੱਡੀ ਗੱਲ ਹੈ। ਰਾਮ ਰਾਏ ਨੂੰ ਜ਼ਰੂਰ ਮਨ 'ਚ ਧਿਆਨ 'ਚ ਚੇਤੇ 'ਚ ਰੱਖ ਲੈਣਾ। ਜਾ ਕੀ ਟਹਿਲ ਪਾਵੇ ਦਰਗਾਹ ਮਾਣ। ਕਹਿੰਦੇ ਨੇ ਜਿਸ ਇਨਸਾਨ ਨੇ ਸੰਸਾਰ ਦੇ ਵਿੱਚ ਪਰਮਾਤਮਾ ਗੁਰੂ ਅਰਜਨ ਸਾਹਿਬ ਪ੍ਰਤੱਖ ਹਾਰ ਦੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰ ਲਈ, ਉਹ ਦਰਗਾਹ 'ਚ ਵੀ ਮਾਣ ਪ੍ਰਾਪਤ ਕਰ ਲੈਂਦਾ। ਤਿਸੇ ਵਿਸਾਰੇ ਮੁਗਧ ਅਜਾਣ। ਕਹਿੰਦੇ ਨੇ ਇਹ ਮੂਰਖ ਅਜਾਣ ਪੁਣੇ ਦੇ ਵਿੱਚ ਉਹਨੂੰ ਵਿਸਾਰ ਛੱਡਿਆ ਹੈ, ਐਵੇਂ ਭੋਲੇਪਨ ਦੇ ਵਿੱਚ ਉਹਨੂੰ ਵਿਸਾਰ ਛੱਡਿਆ ਹੈ। ਕਹਿੰਦੇ ਨੇ ਸਦਾ ਸਦਾ ਇਹ ਭੁੱਲਣਹਾਰ। ਮਹਾਰਾਜ ਕਹਿੰਦੇ ਨੇ ਫਿਰ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਪੱਖ ਦੀ ਅਰਦਾਸ ਕਰ ਦਿੰਦੇ ਨੇ, ਸਤਿਗੁਰੂ ਹੇ ਅਕਾਲ ਪੁਰਖ ਪਰਮਾਤਮਾ ਇਹ ਜੀਵ ਸਦਾ ਸਦਾ ਭੁੱਲਣਹਾਰ ਹੈ, ਨਾਨਕ ਰਾਖਣਹਾਰ ਅਪਾਰ। ਪਰ ਤੇਰੇ ਘਰ ਦਾ ਇਹ ਬਿਰਧ ਹੈ, ਤੇਰੇ ਘਰ ਦਾ ਇਹ ਸੁਭਾਅ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਭੁੱਲਾ ਪਟਕਾ ਕੋਈ ਵੀ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਅਰਦਾਸ ਕਰ ਲਏ, ਉਹਨੂੰ ਤੂੰ ਗੱਲ ਨਾਲ ਲਾ ਲੈਂਦਾ ਹੈ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਔਗਣ ਉਹਦੇ ਬਖਸ਼ ਲੈ ਜਾਂਦੇ ਨੇ, ਅੱਗੇ ਉਹ ਮਾਰਗ ਪਾ ਦਿੰਦਾ ਹੈ, ਸਿੱਧੇ ਰਸਤੇ ਤੇ ਤੋਰ ਦਿੰਦਾ ਹੈ। ਇਸ ਕਰਕੇ ਗੁਰੂ ਅੱਗੇ ਨਿਮਾਣੇ ਬਣ ਕੇ ਆਈਏ। ਤੇ ਸਤਿਗੁਰੂ ਜੀ ਕਹਿੰਦੇ ਨੇ ਸੇਵਾ ਕਿਵੇਂ ਕਰਨੀ ਹੈ? ਸੇਵਾ ਐਵੇਂ ਕਰਨੀ, ਹਸਤੀ ਸਿਰ ਜੋ ਅੰਕ ਸਹਿ ਐਰਨ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਸਾਵਧਾਨ ਹੋ ਕੇ ਤਰੀਕੇ ਨਾਲ ਸੇਵਾ ਕਰ, ਵਿਕਾਰ ਛੱਡ ਕੇ ਗੁਰੂ ਭਲੀ ਕਰੇਗਾ, ਗੁਰੂ ਤੇਰੀ ਸੇਵਾ ਨੂੰ ਫਲ ਲਾਵੇਗਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ।